सो हेलो स्टूडेंट्स, ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਵੀ ਜਿਹੜੇ ਕੰਪਿਊਟਰ ਦੇ PWS ਵਿੱਚ ਜਿੰਨੇ ਵੀ ਕੁਐਸਚਨ ਪੁੱਛੇ ਗਏ ਸੀ ਉਹਨਾਂ ਦਾ ਸੋਲੂਸ਼ਨ। ਤਾਂ ਸਭ ਤੋਂ ਪਹਿਲਾਂ ਲੈਵਲ ਫਸਟ ਹੈ। ਲੈਵਲ ਫਸਟ ਦੇ ਵਿੱਚ ਦੇਖਦੇ ਹਾਂ ਆਪਾਂ ਕੀ ਕੁਝ ਕੁਐਸਚਨਸ ਹੈ। ਫਸਟ ਕੁਐਸਚਨ ਹੈ ਆਪਣੇ ਕੋਲ, ਵਿਚ ਜਨਰੇਸ਼ਨ ਆਫ ਕੰਪਿਊਟਰਸ ਇੰਟਰੋਡਿਊਸਡ ਇੰਟੀਗ੍ਰੇਟਡ ਸਰਕਟ। ਠੀਕ ਹੈ ਵੀ ਕਿਹੜੇ ਆਪਣੀ ਜਨਰੇਸ਼ਨ ਦੇ ਵਿੱਚ ਇੰਟੀਗ੍ਰੇਟਡ ਸਰਕਟ ਹੈ ਉਹ ਯੂਜ਼ ਕੀਤੇ ਗਏ ਸੀ। ਤਾਂ ਬਈ ਜਿਹੜਾ ਇਹਦਾ ਆਨਸਰ ਹੈ ਉਹ ਆ ਜਾਏਗਾ ਥਰਡ ਆ ਜਾਏਗਾ। ਥਰਡ ਜਨਰੇਸ਼ਨ ਦੇ ਵਿੱਚ ਕੀ ਆਪਣੇ ਕੋਲ ਇੰਟੀਗ੍ਰੇਟਡ ਸਰਕਟਸ ਜਿਹੜੇ ਆ ਯੂਜ਼ ਕੀਤੇ ਗਏ ਸੀ। ਫਿਰ ਤੁਸੀਂ ਕਹੋਗੇ ਸਰ ਫਸਟ ਦੇ ਵਿੱਚ, ਬਈ ਫਸਟ ਦੇ ਵਿੱਚ ਵੈਕਿਊਮ ਟਿਊਬ ਯੂਜ਼ ਕੀਤੀ ਗਈ ਸੀ। ਇਹ ਯੂਜ਼ ਕੀਤੀ ਗਈ ਸੀ ਵੈਕਿਊਮ ਟਿਊਬ। ਸੈਕਿੰਡ ਦੇ ਵਿੱਚ ਟ੍ਰਾਂਜ਼ਿਸਟਰ ਯੂਜ਼ ਕੀਤੇ ਗਏ ਸੀ, ਟ੍ਰਾਂਜ਼ਿਸਟਰ। ਤੇ ਥਰਡ ਦੇ ਵਿੱਚ ਆਪਾਂ ਨੂੰ ਇੰਟੀਗ੍ਰੇਟਡ ਸਰਕਟ ਹੈਗਾ। ਫੋਰਥ ਦੇ ਵਿੱਚ ਆ ਗਏ ਸੀ ਮਾਈਕਰੋ ਪ੍ਰੋਸੈਸਰ। ਠੀਕ ਹੈ, ਮਾਈਕਰੋ ਪ੍ਰੋਸੈਸਰ ਜਿਹੜੇ ਹੈ ਉਹ ਥਰਡ ਵਿੱਚ ਆ ਗਏ ਸੀ, ਥਰਡ ਜਨਰੇਸ਼ਨ ਵਿੱਚ, ਸੌਰੀ ਫੋਰਥ ਜਨਰੇਸ਼ਨ ਵਿੱਚ। ਠੀਕ ਹੈ, ਅੱਗੇ ਜੇ ਆਪਾਂ ਗੱਲ ਕਰੀਏ, what was the first name of the first ਸੁਪਰ ਕੰਪਿਊਟਰ। ਠੀਕ ਹੈ, ਜਿਹੜਾ ਪਹਿਲਾ ਸੁਪਰ ਕੰਪਿਊਟਰ ਕਿਹੜਾ ਸੀ ਇਹਨਾਂ ਵਿੱਚੋਂ? ਤਾਂ ਪਹਿਲਾ ਕੰਪਿਊਟਰ ਸੀ CDC 6600। ਠੀਕ ਹੈ, ਹੁਣ CDC 6600 ਬਾਰੇ ਜੇ ਆਪਾਂ ਗੱਲ ਕਰੀਏ ਤਾਂ ਇਹ ਜਿਹੜਾ ਕੰਪਿਊਟਰ ਸੀ ਨਾ, ਇਹ ਕਦੋਂ ਬਣਾਇਆ ਗਿਆ ਸੀ? 1964 ਦੇ ਵਿੱਚ ਬਣਾਇਆ ਗਿਆ। ਠੀਕ ਹੈ, ਤੇ ਦੁਨੀਆ ਦਾ ਪਹਿਲਾ ਸੁਪਰ ਕੰਪਿਊਟਰ ਸੀ ਇਹ। ਠੀਕ ਹੈ, ਇਹ ਸੀ ਦੁਨੀਆ ਦਾ ਸਭ ਤੋਂ ਪਹਿਲਾ ਸੁਪਰ ਕੰਪਿਊਟਰ ਸੀ। ਸੁਪਰ ਕੰਪਿਊਟਰ ਦੁਨੀਆ ਦਾ ਸਭ ਤੋਂ ਪਹਿਲਾ ਸੁਪਰ ਕੰਪਿਊਟਰ ਸੀ। ਅੱਗੇ ਜੇ ਆਪਾਂ ਗੱਲ ਕਰੀਏ, ਵਿਚ ਕੰਪੋਨੈਂਟ ਇਜ਼ ਦੀ ਫਾਸਟੈਸਟ ਐਂਡ ਦੀ ਸਮੋਲੈਸਟ ਸਟੋਰੇਜ ਇਨਸਾਈਡ ਦੀ CPU। ਠੀਕ ਹੈ, ਕਹਿੰਦਾ ਸਭ ਤੋਂ ਫਾਸਟੈਸਟ ਵੀ ਹੋਏ ਤੇ ਸਭ ਤੋਂ ਕੀ ਹੈ ਸਮੋਲੈਸਟ ਵੀ ਹੋਏ। ਤਾਂ ਬਈ ਇਹ ਕੁਐਸਚਨ ਹੁਣੇ ਜਿਹੜਾ ਐਕਸਾਈਜ਼ ਦਾ ਆਪਣੇ ਕੋਲ ਹੋਇਆ ਸੀ, ਪੇਪਰ ਹੋਇਆ ਸੀ, ਉਹਦੇ ਵਿੱਚ ਆਇਆ ਸੀ। ਠੀਕ ਹੈ, ਇਹਦੇ ਵਿੱਚ ਬਈ ਥੋੜਾ ਘੁਮਾ ਕੇ ਆਇਆ ਸੀ, ਉਹਦੇ ਵਿੱਚ ਵੀ ਆਪਾਂ ਨੂੰ ਅਰੇਂਜ ਕਰਨਾ ਸੀ ਉਹਨੂੰ। ਠੀਕ ਹੈ, ਤਾਂ ਸਭ ਤੋਂ ਜਿਹੜਾ ਫਾਸਟੈਸਟ ਹੁੰਦੇ ਹੈ ਨਾ, ਉਹ ਆਪਣੇ ਕੋਲ ਰਜਿਸਟਰ ਹੁੰਦੇ ਆ। ਠੀਕ ਹੈ, ਰਜਿਸਟਰ CPU ਦੇ ਅੰਦਰ ਹੁੰਦੇ ਆ। ਠੀਕ ਹੈ, ਤੇ ਸਭ ਤੋਂ ਤੇਜ਼ ਮੈਮਰੀ ਹੁੰਦੀ ਹੈ। ਠੀਕ ਹੈ, ਇਹ ਕੀ ਹੁੰਦੇ ਆ? CPU ਦੇ ਅੰਦਰ ਹੁੰਦੇ ਆ, CPU ਦੇ ਅੰਦਰ ਹੁੰਦੇ ਆ, ਤੇ ਸਭ ਤੋਂ ਕੀ ਹੈ? ਸਭ ਤੋਂ ਤੇਜ਼ ਮੈਮਰੀ ਹੈ, ਸਭ ਤੋਂ ਤੇਜ਼ ਮੈਮਰੀ। ਠੀਕ ਹੈ, ਇਹ ਕੀ ਹੈ? ਸਭ ਤੋਂ ਤੇਜ਼ ਮੈਮਰੀ ਹੈ। ਅੱਗੇ ਜੇ ਆਪਾਂ ਗੱਲ ਕਰੀਏ, what is the standard order of instruction cycle। ਠੀਕ ਹੈ, ਵੀ ਕਹਿੰਦਾ ਵੀ ਇਨਸਟਰਕਸ਼ਨ ਦਿੰਦੇ ਆ, ਉਹਦਾ ਸਟੈਂਡਰਡ ਸਾਈਕਲ ਕੀ ਹੈ? ਫਿਟ, ਡਿਕੋਡ, ਐਗਜ਼ੀਕਿਊਟ, ਐਗਜ਼ੀਕਿਊਟ, ਫਿਟ, ਡਿਕੋਡ, ਡਿਕੋਡ, ਫਿਟ, ਐਗਜ਼ੀਕਿਊਟ, ਫਿਟ, ਐਗਜ਼ੀਕਿਊਟ, ਡਿਕੋਡ। ਤਾਂ ਬਈ ਸਭ ਤੋਂ ਪਹਿਲਾਂ ਫਿਟ ਕੀਤੀ ਜਾਂਦੀ ਹੈ, ਫਿਟ ਕੀਤਾ ਜਾਂਦਾ। ਠੀਕ ਹੈ, ਫਿਟ ਦਾ ਮਤਲਬ ਕੀ ਹੈ? ਜਿਹੜੀ ਇੰਟਰੋਡਕਸ਼ਨ ਲੈ ਕੇ ਆਣਾ। ਠੀਕ ਹੈ, ਇੰਟਰੋਡਕਸ਼ਨ ਕੀ ਹੈ? ਲੈ ਕੇ ਆਣਾ, ਇੰਟਰੋਡਕਸ਼ਨ ਲੈ ਕੇ ਆਣਾ। ਉਸ ਤੋਂ ਬਾਅਦ ਕੀ ਹੈ? ਉਸ ਤੋਂ ਬਾਅਦ ਡਿਕੋਡ, ਉਹਨੂੰ ਡਿਕੋਡ ਕੀਤਾ ਜਾਂਦਾ ਹੈ। ਡਿਕੋਡ ਮਤਲਬ ਕਿ ਕੰਪਿਊਟਰ ਕੀ ਉਹਨੂੰ ਸਮਝਦਾ ਹੈ, ਸਮਝਦਾ ਉਹਨੂੰ। ਉਸ ਤੋਂ ਬਾਅਦ ਕੀ ਹੈ? ਫਿਰ ਐਗਜ਼ੀਕਿਊਟ ਹੁੰਦਾ। ਉਹ ਕੀ ਹੁੰਦਾ ਹੈ? ਐਗਜ਼ੀਕਿਊਟ। ਉਸ ਤੋਂ ਬਾਅਦ ਕੀ ਹੁੰਦਾ? ਉਹ ਐਗਜ਼ੀਕਿਊਟ ਹੁੰਦਾ ਹੈ। ਠੀਕ ਹੈ, ਤਾਂ ਪਹਿਲੇ ਫਿਟ ਹੋਏਗਾ, ਫਿਰ ਡਿਕੋਡ ਹੋਏਗਾ, ਫਿਰ ਐਗਜ਼ੀਕਿਊਟ ਹੋਏਗਾ। ਪਹਿਲਾਂ ਫਿਟ ਹੋਏਗਾ, ਫਿਰ ਡਿਕੋਡ ਹੋਏਗਾ, ਫਿਰ ਐਗਜ਼ੀਕਿਊਟ ਹੋਏਗਾ। ਆਪਸ਼ਨ A ਵਿਲ ਬੀ योर राइट आंसर। ठीक है, ਅੱਗੇ ਦੇਖੀਏ ਆਪਾਂ, which addressing mode uses a register to store memory address। ठीक है, which addressing mode uses a register to store memory address। ਤਾਂ ਬਈ ਇਹਦੇ ਵਿੱਚ ਕੀ ਹੁੰਦੇ ਹੈ? ਰਜਿਸਟਰ ਹੁੰਦੇ ਹੈ ਇਨਡਾਇਰੈਕਟ। ਠੀਕ ਹੈ, ਰਜਿਸਟਰ ਦੇ ਅੰਦਰ ਕੀ ਹੈ? ਮੈਮਰੀ ਐਡਰੈਸ ਨੂੰ ਰੱਖਿਆ ਜਾਂਦਾ ਹੈ। ਠੀਕ ਹੈ, ਜਿਹੜੇ ਰਜਿਸਟਰ ਹੈ, ਰਜਿਸਟਰ ਦੇ ਅੰਦਰ ਕੀ ਹੈ? ਮੈਮਰੀ ਐਡਰੈਸ ਨੂੰ ਰੱਖਿਆ ਜਾਂਦਾ ਹੈ। ਠੀਕ ਹੈ, ਮੈਮਰੀ ਐਡਰੈਸ ਨੂੰ ਰੱਖਿਆ ਜਾਂਦਾ ਹੈ, ਮੈਮਰੀ ਐਡਰੈਸ। ਬਟ ਜਿਹੜਾ ਰਜਿਸਟਰ, ਠੀਕ ਹੈ, ਜਿਹੜਾ ਹੈ ਇਨਡਾਇਰੈਕਟ, ਉਹ ਕੀ ਕਰਦਾ? ਇਹਨੂੰ ਸਟੋਰ ਕਰੇਗਾ। ਤੇ ਆਪਸ਼ਨ ਡੀ ਕੀ ਹੋ ਜਾਏਗਾ? ਫਿਰ ਇਹਦਾ ਰਾਈਟ ਆਂਸਰ ਹੋ ਜਾਏਗਾ। ਅੱਗੇ ਜੇ ਆਪਾਂ ਗੱਲ ਕਰੀਏ, which memory acts as buffer between CPU and RAM। ਠੀਕ ਹੈ, CPU ਤੇ RAM ਦੇ ਵਿਚਕਾਰ ਕਿਹੜੀ ਮੈਮਰੀ ਬਫਰ ਕਰਦੀ ਹੈ? ਠੀਕ ਹੈ, ਤਾਂ ਬਈ ਇਹ ਕੀ ਹੁੰਦੀ ਹੈ? ਕੈਚੇ ਮੈਮਰੀ ਹੁੰਦੀ ਹੈ। ਠੀਕ ਹੈ,
ਵੀ CPU ਤੇ RAM ਦੇ ਵਿਚਕਾਰ ਜਿਹੜੀ ਗਤੀ ਹੈ ਨਾ ਉਹਨੂੰ ਤੇਜ਼ ਕਰਨ ਲਈ, ਠੀਕ ਹੈ, ਜਿਹੜੀ ਕੈਚੇ ਮੈਮਰੀ ਹੈ ਉਹ CPU ਤੇ RAM ਦੀ ਗਤੀ ਨੂੰ ਤੇਜ਼ ਕਰਨ ਲਈ ਯੂਜ਼ ਕੀਤੀ ਜਾਂਦੀ ਹੈ, ਠੀਕ ਹੈ। ਤਾਂ ਲਿਖ ਲਿਓ ਕੈਚੇ ਮੈਮਰੀ, ਕੈਚੇ ਮੈਮਰੀ CPU ਤੇ RAM ਦੀ ਗਤੀ ਨੂੰ ਤੇਜ਼ ਕਰਨ ਲਈ ਯੂਜ਼ ਕੀਤੀ ਜਾਂਦੀ ਹੈ, ਯੂਜ਼ ਕੀਤੀ ਜਾਂਦੀ ਹੈ, ਠੀਕ ਹੈ, ਯੂਜ਼ ਕੀਤੀ ਜਾਂਦੀ ਹੈ। ਅੱਗੇ ਜੇ ਆਪਾਂ ਗੱਲ ਕਰੀਏ BIOS is stored in which type of memory, ਠੀਕ ਹੈ। BIOS ਬਈ ਕਈਆਂ ਨੂੰ ਤਾਂ ਇਹ ਨਹੀਂ ਪਤਾ ਹੋਣਾ, ਠੀਕ ਹੈ, ਵੀ ਇਹ ਕੀ ਹੁੰਦਾ ਹੈ। ਤਾਂ ਬਈ ਇਹਦੀ ਫੁੱਲ ਫਾਰਮ ਹੁੰਦੀ ਹੈ ਇਨਪੁਟ ਬੇਸਿਕ ਇਨਪੁਟ ਆਊਟਪੁੱਟ ਸਿਸਟਮ, ਬੇਸਿਕ ਇਨਪੁਟ ਆਊਟਪੁੱਟ ਸਿਸਟਮ, ਠੀਕ ਹੈ। ਕਹਿੰਦਾ ਇਹ ਸਟੋਰਡ ਇਨ ਵਿਚ ਟਾਈਪ ਆਫ ਮੈਮਰੀ, ਕਹਿੰਦਾ ਕਿਸ ਮੈਮਰੀ ਦੇ ਵਿੱਚ ਸਟੋਰ ਹੁੰਦੇ, ਤਾਂ ਬਈ ਇਹ ਰੋਮ ਦੇ ਵਿੱਚ ਸਟੋਰ ਹੁੰਦੇ। ਰੋਮ ਦੀ ਫੁੱਲ ਫਾਰਮ ਕੀ ਹੁੰਦੀ ਹੈ, ਰੀਡ ਓਨਲੀ ਮੈਮਰੀ, ਠੀਕ ਹੈ, ਤੇ ਰੈਮ ਦੀ ਰੈਂਡਮ ਐਕਸੈਸ ਮੈਮਰੀ, ਠੀਕ ਹੈ। ਹਾਰਡ ਡਿਸਕ ਤੇ ਕੈਚੇ ਵਿੱਚ ਤੁਸੀਂ ਪਹਿਲਾਂ ਹੀ ਪੜ੍ਹ ਚੁੱਕੇ ਹੋ, ਠੀਕ ਹੈ, ਇਹ ਵੀ ਇੱਕ ਦੀ ਮੈਮਰੀ ਹੈ। ਇਨ ਨੈਟਵਰਕਿੰਗ WAN ਸਟੈਂਡ ਫੋਰ, WAN ਕਾਦੇ ਲਈ ਸਟੈਂਡ ਕਰਦਾ, ਫੁੱਲ ਫਾਰਮ ਕੀ ਹੈ, ਵਾਈਡ ਏਰੀਆ ਨੈਟਵਰਕ, ਵਾਈਡ ਏਰੀਆ ਨੈਟਵਰਕ, ਠੀਕ ਹੈ। ਮਤਲਬ WAN ਕੀ ਕਰਦਾ, ਇੱਕ ਬਹੁਤ ਵੱਡੇ ਨੈਟਵਰਕ ਨੂੰ ਕਵਰ ਕਰਦਾ ਹੈ। WAN ਇੱਕ ਬਹੁਤ ਵੱਡੇ ਨੈਟਵਰਕ ਨੂੰ ਕਵਰ ਕਰਦਾ, ਜਿਵੇਂ ਇੰਟਰਨੈਟ ਹੋ ਗਿਆ, ਠੀਕ ਹੈ। ਅੱਗੇ ਜੇ ਗੱਲ ਕਰੀਏ ਆਪਾਂ which shortcut is used to undo an action in MS Word, ਕਹਿੰਦਾ ਕਿਸੇ ਐਕਸ਼ਨ ਨੂੰ ਅਨਡੂ ਕਰਨ ਲਈ, ਠੀਕ ਹੈ। ਤਾਂ ਬਈ ਅਨਡੂ ਕਰਨ ਲਈ ਆਪਾਂ ਕਿਹੜੇ ਕੀ ਵਰਤਦੇ ਆ, ਕੰਟਰੋਲ Z ਵਰਤਦੇ ਆ। ਅਨਡੂ ਕਰਨ ਲਈ ਕੀ ਵਰਤਾਂਗੇ, ਕੰਟਰੋਲ Z। ਤੇ ਰੀਡੂ ਕਰਨ ਲਈ ਕਿਹੜਾ ਵਰਤਦੇ ਆ, ਰੀਡੂ ਕਰਨ ਲਈ ਕੰਟਰੋਲ Y ਵਰਤਦੇ ਆ। ਅੰਡਰਲਾਈਨ ਕਰਨ ਲਈ U ਵਰਤਦੇ ਆ, ਠੀਕ ਹੈ, ਅੰਡਰਲਾਈਨ ਕਰਨ ਲਈ। X ਕਾਦੇ ਲਈ ਵਰਤਦੇ ਆ ਆਪਾਂ, X ਕੱਟ ਕਰਨ ਲਈ, ਠੀਕ ਹੈ, ਕੱਟ ਕਰਨ ਲਈ ਵਰਤਦੇ ਆ। ਅੱਗੇ ਜੇ ਆਪਾਂ ਗੱਲ ਕਰੀਏ, ਕਾਫੀ ਇੰਪੋਰਟੈਂਟ ਕੁਐਸਚਨ ਹੈ, ਕਾਫੀ ਵਾਰ ਰਿਪੀਟ ਹੋਇਆ ਹੈ। What is the shortcut keys to permanently delete a file without sending it to recycle bin? ਯਾਰ ਤੁਸੀਂ ਕੋਈ ਫਾਈਲ ਡਿਲੀਟ ਕਰਨੀ ਹੈ, ਠੀਕ ਹੈ, ਪਰਮਾਨੈਂਟਲੀ ਰਿਸਾਈਕਲ ਬਿਨ ਦੇ ਵਿੱਚ ਵੀ ਨਾ ਆਏ, ਠੀਕ ਹੈ, ਤਾਂ ਬਈ ਕੀ ਕਰਨਾ ਹੈ ਤੁਸੀਂ, ਠੀਕ ਹੈ, ਸ਼ਿਫਟ ਪਲੱਸ ਡਿਲੀਟ ਦਬ ਦੋ, ਸ਼ਿਫਟ ਪਲੱਸ ਡਿਲੀਟ ਦਬ ਦੋ, ਪਰਮਾਨੈਂਟਲੀ ਕੀ ਹੋ ਜਾਏਗੀ, ਡਿਲੀਟ ਹੋ ਜਾਏਗੀ, ਪਰਮਾਨੈਂਟਲੀ ਕੀ ਹੋ ਜਾਏਗੀ, ਡਿਲੀਟ ਹੋ ਜਾਏਗੀ, ਰਿਸਾਈਕਲ ਬਿਨ ਦੇ ਵਿੱਚ ਵੀ ਨਹੀਂ ਜਾਏਗੀ, ਪਰਮਾਨੈਂਟਲੀ ਡਿਲੀਟ ਹੋ ਜਾਏਗੀ। ਅੱਗੇ ਜੇ ਗੱਲ ਕਰੀਏ which protocol is used to send emails, ਤਾਂ ਬਈ ਬਹੁਤ ਵਾਰ ਦੱਸਿਆ ਸੀ SMTP, ਕੀ ਫੁੱਲ ਫਾਰਮ ਹੁੰਦੀ ਹੈ, ਸਿੰਗਲ ਮੇਲ ਟ੍ਰਾਂਸਫਰ ਪ੍ਰੋਟੋਕੋਲ, ਸਿੰਗਲ ਮੇਲ ਟ੍ਰਾਂਸਫਰ ਪ੍ਰੋਟੋਕੋਲ, ਠੀਕ ਹੈ, ਪ੍ਰੋਟੋਕੋਲ। ਤੇ ਅੱਗੇ ਜੇ ਗੱਲ ਕਰੀਏ ਆਪਾਂ POP ਤੇ IMP ਕੀ ਹੈ, POP3, ਠੀਕ ਹੈ, ਤੇ IMAP, ਇਹ ਆਪਣੇ ਕੋਲ ਰਿਸੀਵਿੰਗ, ਇਹ ਜਿਹੜੇ ਪ੍ਰੋਟੋਕੋਲ ਹੈ ਮੇਲ ਨੂੰ ਰਿਸੀਵ ਕਰਨ ਲਈ ਯੂਜ਼ ਕੀਤੇ ਜਾਂਦੇ ਆ, ਤੇ ਇਹ ਜਿਹੜਾ SMTP ਹੈ ਇਹ ਸੈਂਡ ਕਰਨ ਲਈ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ, ਸੈਂਡ ਕਰਨ ਲਈ। HTTP ਦੀ ਫੁੱਲ ਫਾਰਮ ਪਤਾ ਹੀ ਹੈ, ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ, FTP ਫਾਈਲ ਟ੍ਰਾਂਸਫਰ ਪ੍ਰੋਟੋਕੋਲ, ਠੀਕ ਹੈ, ਫਾਈਲ ਟ੍ਰਾਂਸਫਰ ਪ੍ਰੋਟੋਕੋਲ ਹੋ ਜਾਏਗਾ FTP। ਅੱਗੇ ਜੇ ਗੱਲ ਕਰੀਏ what is the full form of PDF, PDF ਦੀ ਫੁੱਲ ਫਾਰਮ ਹੁੰਦੀ ਹੈ ਪੋਰਟੇਬਲ ਡਾਕੂਮੈਂਟ ਫਾਰਮੈਟ, ਪੋਰਟੇਬਲ ਡਾਕੂਮੈਂਟ ਫਾਰਮੈਟ। ਅੱਛਾ, ਕਈਆਂ ਨੂੰ ਤਾਂ ਬਈ ਇਹ ਵੀ ਨਹੀਂ ਪਤਾ ਹੁੰਦਾ ਵੀ ਜਿਹੜੀ PDF ਹੈ ਉਹ ਬਣਾਈ ਕਿਉਂ ਗਈ ਸੀ ਤੇ ਕਿਹਨੇ ਬਣਾਈ ਸੀ। ਅੱਛਾ, PDF ਕਿਹਨੇ ਬਣਾਈ ਸੀ ਦੱਸੋ, PDF ਕਿਹਨੇ ਬਣਾਈ ਸੀ, ਤਾਂ PDF ਬਣਾਈ ਸੀ ਅਡੋਬ ਨੇ। ਕਿਉਂ ਬਣਾਈ ਸੀ, ਕਿਉਂਕਿ ਜਦੋਂ ਵੀ ਆਪਾਂ ਕੋਈ ਡਾਕੂਮੈਂਟ ਸ਼ੇਅਰ ਕਰਦੇ ਸੀ ਨਾ ਕਿਸੇ ਨੂੰ, ਤਾਂ ਉਹਦੇ ਵਿੱਚ ਬੜੀ ਦਿੱਕਤ ਹੁੰਦੀ ਸੀ, ਫੌਂਟ ਚੇਂਜ ਹੋ ਜਾਂਦੇ, ਕਈ ਜਿਹੜੇ ਡਿਵਾਈਸ ਹੁੰਦੇ ਉਹ ਸਪੋਰਟ ਹੀ ਨਹੀਂ ਕਰਦੇ ਸੀ ਉਸ ਫੌਂਟ ਨੂੰ, ਫੌਂਟ ਕੀ ਹੋ ਜਾਂਦੇ ਸੀ, ਗੜਬੜਾ ਜਾਂਦੇ ਸੀ, ਠੀਕ ਹੈ, ਫੌਂਟ ਕੀ ਹੈ, ਗੜਬੜਾ ਜਾਂਦੇ ਸੀ। ਇਸ ਲਈ ਕਿਨੇ ਅਡੋਬ ਨੇ ਕੀ ਬਣਾਤਾ, PDF ਬਣਾਤਾ, पोर्टेबल डॉक्यूमेंट फॉर्मेट, ठीक है, गल ध्यान रखियो। ਅੱਗੇ ਜੇ ਗੱਲ ਕਰੀਏ ਆਪਾਂ
what is the maximum number of rows in Excel 2010 ठीक है MS Excel मैक्सिमम रोज पूछी उन्हें ठीक है मैक्सिमम रोज ਤਾਂ ਮੈਕਸਿਮਮ ਜਿਹੜੀ ਰੋਜ਼ ਸੀ ਨਾ ਬਈ ਰੋਜ਼ ਉਹ ਸੀ ਆਪਣੇ ਕੋਲ 10,48,576 ਤੇ ਕਾਲਮ ਕਿੰਨੇ ਸੀ ਕਾਲਮ ਤੁਸੀਂ ਕਹੋਗੇ ਸਰ ਕਾਲਮ ਸੀ 16,384 ਠੀਕ ਹੈ 10 ਲੱਖ ਸੌਰੀ 10,48,576 ਰੋਜ਼ ਤੇ ਕਾਲਮ ਕਿੰਨੇ ਸੀ 16,384 16,384 ਸੀ ਠੀਕ ਹੈ ਤਾਂ ਇਹ ਬਿਲਕੁਲ ਛੋਟੀ ਜੀ ਗੱਲ ਹੈ ਅੱਗੇ ਜੇ ਆਪਾਂ ਗੱਲ ਕਰੀਏ ਵਿਚ ਕੀਜ਼ ਯੂਜ਼ ਟੂ ਰਿਫਰੈਸ਼ ਅ ਵੈਬ ਪੇਜ ਔਨ ਦੀ ਡੈਸਕਟਾਪ ਰਿਫਰੈਸ਼ ਕਰਨ ਲਈ ਯੂਜ਼ ਕੀਤੀ ਜਾਂਦੀ ਹੈ ਬਈ ਕੰਟਰੋਲ ਦੇ ਨਾਲ F5 ਠੀਕ ਹੈ F1 ਕੀ ਹੋ ਜਾਏਗਾ F1 ਹੋ ਜਾਏਗਾ ਹੈਲਪ ਲਈ ਠੀਕ ਹੈ F2 ਕੀ ਹੋ ਜਾਏਗਾ ਸਰਚ ਲਈ ਸੌਰੀ F2 ਹੋ जाएगा रीनेम ਲਈ हो जाएगा रीनेम F2 की हो जाएगा रीनेम ਲਈ हो जाएगा ਇਹਦਾ ਆਨਸਰ ਕੀ ਆ ਜਾਏਗਾ ਥਰਡ ਆਪਸ਼ਨ ਆ ਜਾਏਗਾ ਠੀਕ ਹੈ F11 ਕਾਦੇ ਲਈ ਹੁੰਦਾ ਹੈ ਇਹ ਮੈਨੂੰ ਦੱਸਿਓ ਤੁਸੀਂ ਕਮੈਂਟ 'ਚ ਦੱਸਣਾ ਹੈ ਠੀਕ ਹੈ ਆਪਸ਼ਨ ਮੈਂ ਦੱਸ ਦਿੰਦਾ ਤੁਹਾਨੂੰ ਸੇਵ ਐਜ਼ ਲਈ ਹੁੰਦਾ ਹੈ ਜਾਂ ਫਿਰ ਬ੍ਰਾਈਟਨੈਸ ਵਧਾਉਣ ਲਈ ਹੁੰਦਾ ਹੈ ਜਾਂ ਫਿਰ ਬ੍ਰਾਈਟਨੈਸ ਘਟਾਉਣ ਲਈ ਹੁੰਦਾ ਹੈ ਇਹਨਾਂ ਤਿੰਨਾਂ ਚੋਂ ਇੱਕ ਆਨਸਰ ਹੈ ਤੁਸੀਂ ਦੱਸਣਾ ਕਿਹੜਾ ਆਨਸਰ ਹੈ 1 2 3 ਠੀਕ ਹੈ ਕਮੈਂਟ ਕਰਨਾ ਹੈ ਕੁਐਸਚਨ ਨੰਬਰ ਲਿਖ ਕੇ ਠੀਕ ਹੈ ਇੰਨਾ ਤੱਕ ਤੁਸੀਂ ਕਰ ਹੀ ਸਕਦੇ ਹੋ ਨਾ ਇਨ MS PowerPoint which is used to start a slideshow from the beginning ਬਈ ਕਾਫੀ ਇੰਪੋਰਟੈਂਟ ਸਵਾਲ ਹੈ ਕਹਿੰਦਾ PowerPoint ਦੇ ਵਿੱਚ ਸਲਾਈਡ ਤੁਸੀਂ ਸਲਾਈਡ ਤੋਂ ਸਟਾਰਟ ਕਰਨਾ ਹੈ ਸਟਾਰਟਿੰਗ ਤੋਂ ਪਹਿਲੀ ਸਲਾਈਡ ਤੋਂ मतलब ये स्लाइड फर्स्ट सेकंड थर्ड फोर्थ फिफ्थ इस तरीके ਨਾਲ ਇਹ ਸਲਾਈਡ ਤੋਂ ਸਟਾਰਟ ਕਰਨਾ ਸਲਾਈਡ ਸ਼ੋ ਤਾਂ ਬਈ ਇਹਦੇ ਲਈ F5 ਕੀ ਹੁੰਦੀ ਹੈ ਡਾਇਰੈਕਟ ਪਹਿਲੀ ਸਲਾਈਡ ਤੋਂ ਹੀ ਹੋ ਜਾਏਗਾ ਮੰਨ ਲਓ ਤੁਸੀਂ ਇਸ ਸਲਾਈਡ ਦੇ ਉੱਤੇ ਹੋਗੇ ਤਾਂ ਇੱਥੋਂ ਹੀ ਤੁਸੀਂ ਸਲਾਈਡ ਸਟਾਰਟ ਕਰਨਾ ਹੈ ਇੱਥੋਂ ਹੀ ਸਟਾਰਟ ਕਰਨਾ ਹੈ ਤਾਂ ਤੁਸੀਂ ਸ਼ਿਫਟ ਦਬ ਦਿਓ ਇਹਦੇ ਨਾਲ ਸ਼ਿਫਟ F5 ਦੇ ਨਾਲ ਦਬ ਦਿਓ ਇਹ ਕਰੰਟ ਸਲਾਈਡ ਲਈ ਹੁੰਦਾ ਹੈ ਤੇ ਇਹ ਕਾਦੇ ਲਈ ਹੁੰਦਾ ਆਪਣੇ ਕੋਲ ਬਿਗਨਿੰਗ ਤੋਂ ਮਤਲਬ ਸ਼ੁਰੂ ਤੋਂ ਸਟਾਰਟ ਕਰਨ ਲਈ ਬਿਗਨਿੰਗ ਜਾਂ ਫਿਰ ਆਪਾਂ ਕਹਿ ਦਈਏ ਸਟਾਰਟਿੰਗ ਤੋਂ which what is the shortcut key to find and replace in the MS Word ਤਾਂ ਬਈ ਇਹਦੇ ਲਈ ਕੀ ਸ਼ਾਰਟਕਟ ਕੀ ਵਰਤੀ ਜਾਂਦੀ ਹੈ ਕੰਟਰੋਲ H ਠੀਕ ਹੈ ਕੰਟਰੋਲ H ਕੀ ਜਿਹੜੀ ਹੈ ਉਹ ਵਰਤੀ ਜਾਂਦੀ ਹੈ ਠੀਕ ਹੈ ਕੰਟਰੋਲ H ਕੀ ਵਰਤੀ ਜਾਂਦੀ ਹੈ ਰਿਪਲੇਸ ਲਈ ਠੀਕ ਹੈ ਇਹ ਰਿਪਲੇਸ ਲਈ ਵਰਤੀ ਜਾਂਦੀ ਹੈ ਫਾਈਂਡ ਕਰਨ ਲਈ ਇਹ ਵਰਤੀ ਜਾਂਦੀ ਹੈ ਠੀਕ ਹੈ ਆਪਸ਼ਨ ਸੀ ਇਹਦਾ ਰਾਈਟ ਆਨਸਰ ਹੋ ਜਾਏਗਾ which Indian state launched ਸੇਵਾ ਕੇਂਦਰ for digital governance ਠੀਕ ਹੈ ਸੇਵਾ ਕੇਂਦਰ ਕਿਹੜੀ ਗਵਰਨੈਂਸ ਨੇ ਲਾਂਚ ਕੀਤੀ ਹੈ ਤੁਸੀਂ ਪੰਜਾਬ 'ਚ ਰਹਿ ਰਹੇ ਹੋ ਤੁਹਾਨੂੰ ਇਹ ਗੱਲ ਤਾਂ ਪਤਾ ਹੀ ਹੋਣੀ ਚਾਹੀਦੀ ਹੈ ਵੀ ਸੇਵਾ ਕੇਂਦਰ ਸਿਰਫ ਕਿੱਥੇ ਚੱਲਦੇ ਆ ਪੰਜਾਬ 'ਚ ਚੱਲਦੇ ਆ ਠੀਕ ਹੈ ਰਾਜਸਥਾਨ 'ਚ ਕੀ ਚੱਲਦਾ ਹੈ ਰਾਜਸਥਾਨ 'ਚ ਚੱਲਦਾ ਹੈ ਏ ਮਿੱਤਰ ਠੀਕ ਹੈ ਜਿਹਨੂੰ ਏ ਮਿੱਤਰਾ ਕਹਿ ਦਿੰਦੇ ਆਪਾਂ ਠੀਕ ਹੈ ਤੇ ਇਹ ਸਭ ਦੇ ਅਲੱਗ-ਅਲੱਗ ਹੁੰਦੇ ਆ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਅੱਜ ਆਪਾਂ ਕੰਪਿਊਟਰ ਦੇ ਵਿੱਚ ਜਿਹੜਾ ਲੈਵਲ 2 ਦੇ ਕੁਐਸਚਨਸ ਹੈ ਉਹ ਦੇਖ ਰਹੇ ਹਾਂ ਜਿਹਦੇ ਵਿੱਚ ਆਪਣੇ ਕੋਲ 13 ਕੁਐਸਚਨਸ ਹੈ ਪਹਿਲਾ ਕੁਐਸਚਨ ਆਪਣੇ ਕੋਲ what is the brain of computer ਤਾਂ brain of computer ਕਿਹਨੂੰ ਕਿਹਾ ਜਾਂਦਾ ਹੈ ਬਈ ਇਹਦਾ ਆਨਸਰ ਹੋ ਜਾਏਗਾ ਆਪਣੇ ਕੋਲ CPU ਨੂੰ ਕਿਹਾ ਜਾਂਦਾ ਹੈ brain of the computer ਜੇ CPU ਦੀ ਗੱਲ ਕਰੀਏ ਨਾ ਤਾਂ CPU ਕੀ ਹੈ ਆਪਣੇ ਕੋਲ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ ਠੀਕ ਹੈ ਹੁਣ ਇਹਨੂੰ ਕੀ ਹੈ ਇਹਨੂੰ ਬ੍ਰੇਨ ਆਫ ਦੀ ਕੰਪਿਊਟਰ ਕਿਹਾ ਜਾਂਦਾ ਹੈ ਬ੍ਰੇਨ ਆਫ ਦੀ ਕੰਪਿਊਟਰ ਕਿਉਂਕਿ ਇਹ ਕੀ ਕਰਦਾ ਹੈ ਸਾਰੇ ਜਿਹੜੀ ਗਣਨਾਵਾਂ ਹੈ ਠੀਕ ਹੈ ਸਾਰੇ ਜਿਹੜੇ ਕੰਮ ਹੈ ਉਹਨਾਂ ਨੂੰ ਕੰਟਰੋਲ ਕਰਦਾ ਹੈ ਠੀਕ ਹੈ ਮੈਮਰੀ ਕੀ ਕਰਦੀ ਹੈ
ਮੈਮਰੀ ਜਿਹੜੀ ਹੈ ਡੇਟਾ ਨੂੰ ਕੀ ਕਰਦੀ ਹੈ, ਸਟੋਰ ਕਰਦੀ ਹੈ। ਡੇਟਾ ਨੂੰ ਕੀ ਕਰਦੀ ਹੈ, ਸਟੋਰ ਕਰਦੀ ਹੈ। ਮੈਮਰੀ ਡੇਟਾ ਨੂੰ ਸਟੋਰ ਕਰਦੀ ਹੈ, ਜਿਵੇਂ ਕਿ ਆਪਾਂ ਰੈਮ ਹੋ ਗਈ, ਠੀਕ ਹੈ, ਜਿਵੇਂ ਕਿ ਰੈਮ ਹੋ ਗਈ, ਠੀਕ ਹੈ, ਜਾਂ ਫਿਰ ਰੋਮ ਹੋ ਗਈ, ਠੀਕ ਹੈ। ਮੈਮਰੀ ਡੇਟਾ ਨੂੰ ਕੀ ਕਰਦੀ ਹੈ, ਸਟੋਰ ਕਰਦੀ ਹੈ। ਅੱਗੇ ਜੇ ਗੱਲ ਕਰੀਏ ਆਪਾਂ ਇਨਪੁਟ ਆਊਟਪੁੱਟ ਡਿਵਾਈਸਿਸ, ਠੀਕ ਹੈ। ਇਨਪੁਟ ਆਊਟਪੁੱਟ ਡਿਵਾਈਸਿਸ ਆਪਾਂ ਨੂੰ ਪਤਾ ਨਾ, ਜਿਵੇਂ ਮਾਊਸ ਹੋ ਗਿਆ, ਠੀਕ ਹੈ, ਕੀਬੋਰਡ ਹੋ ਗਿਆ, ਇਹ ਸਾਰੇ ਕੀ ਆਪਣੇ ਕੋਲ ਇਨਪੁਟ ਡਿਵਾਈਸਿਸ ਹੈ। ਆਊਟਪੁੱਟ ਡਿਵਾਈਸਿਸ ਕੀ ਹੋ ਗਏ ਆਪਣੇ ਕੋਲ, ਮੋਨੀਟਰ ਹੋ ਗਿਆ, ਠੀਕ ਹੈ, ਪ੍ਰਿੰਟਰ ਹੋ ਗਿਆ, ਸਭ ਕੁਝ। ਮਦਰਬੋਰਡ ਕੀ ਹੈ ਆਪਣੇ ਕੋਲ, ਮਦਰਬੋਰਡ ਇੱਕ ਤਰੀਕੇ ਦਾ ਸਰਕਿਟ ਬੋਰਡ ਹੈ। ਇੱਕ ਤਰੀਕੇ ਦਾ ਕੀ ਹੈ, ਸਰਕਿਟ ਬੋਰਡ ਹੈ। ਇੱਕ ਤਰੀਕੇ ਦਾ ਸਰਕਿਟ ਬੋਰਡ ਹੈ, ਠੀਕ ਹੈ, ਜਿਹਦੇ ਵਿੱਚ ਸਾਰੇ ਕੀ ਹੈ, ਮਤਲਬ ਜਿਹੜੇ CPU ਹੋ ਗਿਆ, ਰੈਮ ਹੋ ਗਿਆ, ਠੀਕ ਹੈ, ਹਾਰਡ ਡਿਸਕ ਹੋ ਗਿਆ, ਇਹਨਾਂ ਸਭ ਨੂੰ ਕੀ ਹੈ, ਜੋੜਿਆ ਜਾਂਦਾ ਹੈ ਜਿਹਦੇ ਵਿੱਚ, ਠੀਕ ਹੈ। ਇਹਨਾਂ ਸਭ ਨੂੰ ਕੀ ਹੈ, ਜੋੜਿਆ ਜਾਂਦਾ ਹੈ ਜਿਹਦੇ ਵਿੱਚ। ਹਾਂ ਬਈ, ਇਹਦਾ ਆਂਸਰ ਕੀ ਹੋ ਜਾਏਗਾ, ਆਪਸ਼ਨ ਏ ਹੋ ਜਾਏਗਾ ਰਾਈਟ ਆਂਸਰ। ਵਟ ਇਜ਼ ਦੀ ਪ੍ਰਾਇਮਰੀ ਫੰਕਸ਼ਨ ਆਫ ਰੈਮ। ਰੈਮ ਦਾ ਪ੍ਰਾਇਮਰੀ ਫੰਕਸ਼ਨ ਕੀ ਹੈ, ਠੀਕ ਹੈ। ਤਾਂ ਰੈਮ ਦਾ ਜਿਹੜਾ ਪ੍ਰਾਇਮਰੀ ਫੰਕਸ਼ਨ ਹੈ ਨਾ, ਉਹ ਟੈਂਪਰੇਰੀ ਸਟੋਰੇਜ ਪ੍ਰੋਵਾइड करना है, ठीक है, टेम्परेरी स्टोरेज प्रोवाइड करना, ठीक है। मतलब कि ਇਹ ਟੈਂਪਰੇਰੀ ਸਟੋਰੇਜ ਕਿਉਂ ਹੈ, ਕਿਉਂਕਿ ਇਹਦੇ ਵਿੱਚ ਜਦੋਂ ਪਾਵਰ ਆਫ ਹੋ ਜਾਏਗਾ ਨਾ, ਪਾਵਰ ਆਫ ਹੋ ਗਿਆ ਮੰਨ ਲਓ, ਠੀਕ ਹੈ, ਤਾਂ ਡੇਟਾ ਕੀ ਹੋ ਜਾਏਗਾ, ਡੇਟਾ ਡਿਲੀਟ ਹੋ ਜਾਏਗਾ। ਡੇਟਾ ਕੀ ਹੋ ਜਾਏਗਾ, ਡੇਟਾ ਡਿਲੀਟ ਹੋ ਜਾਏਗਾ। ਪਰ ਜੇ ਆਪਾਂ ਸਟੋਰੇਜ ਦੀ ਗੱਲ ਕਰੀਏ ਨਾ, ਸਟੋਰੇਜ ਵੀ ਸਟੋਰ ਕਰਕੇ ਰੱਖਣਾ, ਠੀਕ ਹੈ, ਮਤਲਬ ਇਹ ਕੀ ਹੈ, ਪਰਮਾਨੈਂਟ, ਜਿਹੜੀ ਪਰਮਾਨੈਂਟ ਸਟੋਰੇਜ ਨਹੀਂ ਹੈ, ठीक है, परमानेंट स्टोरेज नहीं है। क्यों नहीं है परमानेंट स्टोरेज, परमानेंट स्टोरेज केड़ी केड़ी हैगी, हार्ड डिस्क हो गई, हार्ड डिस्क की है, परमानेंट स्टोरेज है, ठीक है। SSD ਜਿਹੜੀ ਹੋ ਗਈ ਆਪਣੇ ਕੋਲ, ਇਹ ਪਰਮਾਨੈਂਟ ਸਟੋਰੇਜ ਹੈ। ਪ੍ਰੋਸੈਸਿੰਗ, ਪ੍ਰੋਸੈਸਿੰਗ ਆਪਾਂ ਨੂੰ ਪਤਾ ਹੈ, ਪ੍ਰੋਸੈਸਿੰਗ ਕਿਹਦੇ ਵਿੱਚ ਹੁੰਦੀ ਹੈ, CPU ਦੇ ਵਿੱਚ ਹੁੰਦੀ ਹੈ। ਅੱਛਾ, ਇਨਪੁਟ ਆਊਟਪੁੱਟ ਡਿਵਾਈਸ, ਠੀਕ ਹੈ। ਇਨਪੁਟ ਆਊਟਪੁੱਟ ਡਿਵਾਈਸ ਦਾ ਮਤਲਬ ਕੀ ਹੈ, ਡੇਟਾ ਲੈਣਾ, ਠੀਕ ਹੈ, ਠੀਕ ਹੈ, ਤੇ ਡੇਟਾ ਨੂੰ ਦਿਖਾਉਣਾ, ਇਹ ਮਤਲਬ ਹੈ ਇਨਪੁਟ ਆਊਟਪੁੱਟ ਡਿਵਾਈਸ, ਠੀਕ ਹੈ। ਤਾਂ ਇਹਦੇ ਵਿੱਚ ਤਾਂ ਆਏਗਾ ਨਹੀਂ ਹੈ। ਅੱਗੇ ਜੇ ਗੱਲ ਕਰੀਏ ਆਪਾਂ, what is the primary function of a bus in computer system, ठीक है। ਕਹਿੰਦੇ what is the primary function of a bus in a computer system, ਬਸ ਦਾ ਕੀ ਫੰਕਸ਼ਨ ਹੁੰਦਾ ਹੈ, ਠੀਕ ਹੈ। ਬਸ ਦਾ, ਤਾਂ ਬਸ ਦਾ ਜਿਹੜਾ ਮੇਨ ਫੰਕਸ਼ਨ ਹੁੰਦਾ ਹੈ ਨਾ, ਉਹ ਕੀ ਹੁੰਦਾ ਹੈ, ਡੇਟਾ ਨੂੰ ਟ੍ਰਾਂਸਫਰ ਕਰਨਾ, ਠੀਕ ਹੈ। ਟ੍ਰਾਂਸਫਰ ਡੇਟਾ ਕਾਹਦੇ ਵਿੱਚ, CPU ਮੈਮਰੀ ਅਤੇ ਡਿਵਾਈਸ ਦੇ ਵਿਚਕਾਰ ਡੇਟਾ ਨੂੰ ਟ੍ਰਾਂਸਫਰ ਕਰਨਾ, ਠੀਕ ਹੈ। ਉਹ ਮੇਨ ਕੰਮ ਹੁੰਦਾ ਬਸ ਦਾ, ਠੀਕ ਹੈ। ऑप्शन सी ਕੀ ਹੋ ਜਾਏਗਾ, ਦਾ ਰਾਈਟ ਆंसर ਹੋ ਜਾਏਗਾ। which bus carrier data, sorry, which bus carries data between components, ਕਿਹੜੀ ਜਿਹੜੀ ਬੱਸ ਹੈ ਉਹ ਡੇਟਾ ਜਿਹੜਾ ਹੈ ਕੰਪੋਨੈਂਟ ਦੇ ਵਿਚਕਾਰ ਲੈ ਕੇ ਜਾਂਦੀ ਹੈ। ਤਾਂ ਬਈ ਡੇਟਾ ਨੂੰ ਲੈ ਕੇ ਜਾਏਗੀ ਡੇਟਾ ਬੱਸ, ਡੇਟਾ ਨੂੰ ਕੌਣ ਲੈ ਕੇ ਜਾਏਗੀ, ਡੇਟਾ ਬੱਸ ਲੈ ਕੇ ਜਾਏਗੀ, ਠੀਕ ਹੈ। ਐਡਰੈਸ ਬੱਸ ਕੀ ਕਿਹਨੂੰ ਲੈ ਕੇ ਜਾਏਗੀ, ਐਡਰੈਸ ਬੱਸ ਲੈ ਕੇ ਜਾਏਗੀ ਐਡਰੈਸ ਨੂੰ, ਠੀਕ ਹੈ, ਐਡਰੈਸ ਨੂੰ ਲੈ ਕੇ ਜਾਏਗੀ। ਕੰਟਰੋਲ ਬੱਸ, ਕੰਟਰੋਲ ਬੱਸ ਕੀ ਕਰਦੀ ਹੈ, ਕੰਟਰੋਲ ਬੱਸ ਜਿਹੜੀ ਹੈ ਉਹ ਜਿਹੜੇ ਕੰਟਰੋਲ ਦੇ ਸਾਈਨ ਹੈ ਨਾ, ਕੰਟਰੋਲ ਦੇ ਸਾਈਨ ਉਹ ਭੇਜਦੀ ਹੈ, ਠੀਕ ਹੈ, ਉਹ ਭੇਜਦੀ ਹੈ। ਅੱਗੇ ਜੇ ਆਪਾਂ ਗੱਲ ਕਰੀਏ, what is the main component of computer motherboard that manage data flow, ਠੀਕ ਹੈ, ਜਿਹੜੇ ਡੇਟਾ ਫਲੋ ਨੂੰ ਕੀ ਮੈਨੇਜ ਕਰਦੇ, ਠੀਕ ਹੈ। ਤਾਂ ਬਈ ਇਹਦਾ ਆਨਸਰ ਕੀ ਆ ਜਾਏਗਾ, ਚਿਪਸੈਟ ਆ ਜਾਏਗਾ। ਹੁਣ ਇਹ ਚਿਪਸੈਟ ਜਿਹੜੇ ਹੈ CPU, RAM ਤੇ ਬਾਕੀ ਜਿਹੜੇ ਹਾਰਡਵੇਅਰ ਦੇ ਵਿਚਕਾਰ ਕੀ ਹੈ, ਡੇਟਾ ਦੇ ਕੰਟਰੋਲ, ਡੇਟਾ ਦਾ ਜਿਹੜਾ ਫਲੋ ਹੁੰਦਾ ਨਾ ਉਹਨੂੰ ਕੀ ਕਰਦੇ, ਕੰਟਰੋਲ ਕਰਦੇ, ਠੀਕ ਹੈ। ਜਿਹੜੇ ਚਿਪਸੈਟ ਹੁੰਦੇ ਆ ਉਹ CPU, RAM ਤੇ ਜਿਹੜੇ ਬਾਕੀ ਹਾਰਡਵੇਅਰ ਡਿਵਾਈਸ ਹੈ ਨਾ, ਇਹਨਾਂ ਦੇ ਵਿਚਕਾਰ ਡੇਟਾ ਦੇ ਫਲੋ ਨੂੰ ਕੀ ਹੈ, ਕੰਟਰੋਲ ਕਰਦੇ। ਤਾਂ ਇਹਦਾ ਆਨਸਰ ਕੀ ਆ ਜਾਏਗਾ ਆਪਣੇ ਕੋਲ, ਚਿਪਸੈਟ ਆ ਜਾਏਗਾ। ਅੱਗੇ ਜੇ ਆਪਾਂ ਗੱਲ ਕਰੀਏ, what is the purpose of the motherboard,
कहना मदरबोर्ड का की परपस है, ठीक है। तो मदरबोर्ड का जो परपस है ना, वो सारे जो हार्डवेयर ਨੂੰ कनैक्ट करना है, टू कनैक्ट हार्डवेयर, सारे जो हार्डवेयर उन्होंने कनैक्ट करना है। मदरबोर्ड ਦੇ ਵਿੱਚ ਸਾਰੇ ਜਿਹੜੇ ਹਾਰਡਵੇयर है वो ਕੀ ਕਨੈਕਟਡ ਹੁੰਦੇ ਆ, ਡੇਟਾ ਨੂੰ ਸਟੋਰ ਨਹੀਂ ਕਰੇਗਾ, ਪ੍ਰੋਸੈਸ ਨਹੀਂ ਕਰੇਗਾ, ਠੀਕ, ਪ੍ਰੋਸੈਸ ਤਾਂ CPU ਦੇ ਵਿੱਚ ਹੋਏਗਾ ਨਾ, ਪ੍ਰੋਸੈਸ ਕਰਨਾ CPU ਦਾ ਕੰਮ ਹੈ, ਟੂ ਡਿਸਪਲੇ ਆਊਟਪੁੱਟ। ਤਾਂ ਜੇ ਡੇਟਾ ਨੂੰ ਡਿਸਪਲੇ ਕਰੇਗੀ ਫਿਰ ਮੋਨੀਟਰ ਕੀ ਕਰੇਗਾ ਬਾਈ, ਫਿਰ ਮੋਨੀਟਰ ਦਾ ਕੀ ਕੰਮ ਹੈ, ਠੀਕ ਹੈ। ਅੱਗੇ ਜੇ ਗੱਲ ਕਰੀਏ ਆਪਾਂ, ਵਟ ਇਜ਼ ਦੀ ਪ੍ਰਾਇਮਰੀ ਫੰਕਸ਼ਨ ਆਫ ਮਾਈਕਰੋ ਪ੍ਰੋਸੈਸਰ। ਮਾਈਕਰੋ ਪ੍ਰੋਸੈਸਰ ਦਾ ਪ੍ਰਾਇਮਰੀ ਫੰਕਸ਼ਨ ਕੀ ਹੈ, ਪ੍ਰਾਇਮਰੀ ਫੰਕਸ਼ਨ ਮਾਈਕਰੋ ਪ੍ਰੋਸੈਸਰ ਦਾ, ਠੀਕ ਹੈ। ਮਾਈਕਰੋ ਪ੍ਰੋਸੈਸਰ ਦੇਖੋ ਕਿਹਦੇ ਨਾਲ ਬਣੇ, ਪ੍ਰੋਸੈਸ ਕਰਨਾ ਡੇਟਾ ਨੂੰ, ਠੀਕ ਹੈ। ਇਹ ਕੀ ਕਰਦਾ, ਡੇਟਾ ਨੂੰ ਕੀ ਕਰੇਗਾ, ਪ੍ਰੋਸੈਸ ਕਰੇਗਾ, ਡੇਟਾ ਨੂੰ ਕੀ ਨਾ ਹੀ ਸਟੋਰ ਕਰੇਗਾ, ਠੀਕ ਹੈ, ਡਿਸਪਲੇ ਨਹੀਂ ਕਰੇਗਾ ਆਊਟਪੁੱਟ ਨੂੰ, ਆਊਟਪੁੱਟ, ਠੀਕ ਹੈ, ਟੂ ਡਿਸਪਲੇ ਆਊਟਪੁੱਟ, ਤੇ ਆਊਟਪੁੱਟ ਡਿਵਾਈਸਸ ਨਾਲ ਹੁੰਦਾ, ਜਿਵੇਂ ਮੋਨੀਟਰ ਹੋ ਗਿਆ, ਟੂ ਕੰਟਰੋਲ ਇਨਪੁੱਟ ਆਊਟਪੁੱਟ ਡਿਵਾਈਸਸ, ਠੀਕ ਹੈ, ਇਹ ਵੀ ਨਹੀਂ ਕਰੇਗਾ, ठीक है। ये करेगा टू प्रोसेस डेटा, डेटा नु की प्रोसेस करेगा। आगे देखो व्हाट इज ट्रांजिस्टर। ट्रांजिस्टर ट्रांजिस्टर की होंगे, ट्रांजिस्टर भाई एक तरीके का सैमी कंडक्टर डिवाइस है, एक तरीके का की है सैमी कंडक्टर डिवाइस, ठीक है, ਜਿਹਦੇ ਵਿੱਚ ਇਲੈਕਟ੍ਰੋਨਿਕ ਸਵਿਚ ਦੇ ਰੂਪ ਵਿੱਚ ਕੀ ਹੈ ਕੰਮ ਹੁੰਦਾ ਹੈ, ਇਲੈਕਟ੍ਰੋਨਿਕ ਸਵਿਚ ਦੇ ਰੂਪ ਵਿੱਚ ਜਿਹਦੇ ਵਿੱਚ ਕੀ ਹੈ ਕੰਮ ਹੁੰਦਾ ਹੈ, ਇਲੈਕਟ੍ਰੋਨਿਕ ਸਵਿਚ ਦੇ ਰੂਪ ਵਿੱਚ ਜਿਹਦੇ ਵਿੱਚ ਕੰਮ ਹੁੰਦਾ ਹੈ, ठीक है, या ये कम करता है, ठीक है। एक तरीके की टाइप ऑफ बस नहीं है, प्रोसेसर नहीं है, मेमोरी नहीं है, तो ये सेमीकंडक्टर डिवाइस है ट्रांजिस्टर। आगे जो गल करिए, व्हाट इज द प्राइमरी फंक्शन ऑफ ट्रांजिस्टर इन कंप्यूटर। कंप्यूटर ਦੇ ਵਿੱਚ ਵਟ ਪ੍ਰਾਇਮਰੀ ਫੰਕਸ਼ਨ ਕੀ ਹੈ ਟ੍ਰਾਂजिस्टर ਦਾ ਕੰਪਿਊਟਰ ਦੇ ਵਿੱਚ, ਠੀਕ ਹੈ। ਤਾਂ ਇਹ ਕੀ ਕਰਦਾ ਟ੍ਰਾਂजिस्टर, ਇਹ ਜਿਹੜੇ ਸਿਗਨਲ ਹੁੰਦੇ ਆ ਉਹਨਾਂ ਨੂੰ ਕੀ ਕਰਦਾ, ਐਂਪਲੀਫਾਈ ਕਰਦਾ ਹੈ ਜਾਂ ਸਵਿਚ ਕਰਦਾ ਹੈ ਸਿਗਨਲਸ ਨੂੰ, ਠੀਕ ਹੈ। मतलब ऑन ऑफ करन दे ਜਿਹੜੇ ਕੰਮ ਹੈ, ਠੀਕ ਹੈ। ਐਂਪਲੀਫਾਈ मतलब एक एम्पलीफाई का मतलब सिग्नल्स ਨੂੰ ਵਧਾ ਦੇਣਾ, ਠੀਕ ਹੈ। ਤੇ ਸਵਿਚ ਦਾ ਮਤਲਬ ਕੀ ਹੈ, ਔਨ ਆਫ ਕਰਨਾ, ਕੰਮ ਨੂੰ ਔਨ ਜਾਂ ਆਫ ਕਰ ਦੇਣਾ, ਠੀਕ ਹੈ। ਤਾਂ ਜਿਹੜੇ ਅੱਜ ਦੇ CPU ਹੈ ਉਹਨਾਂ ਵਿੱਚ ਕੀ ਹੈ, ਬਹੁਤ ਸਾਰੇ ਟ੍ਰਾਂजिस्टर ਲੱਗੇ ਹੁੰਦੇ ਆ, ਠੀਕ ਹੈ, ਕਿਉਂਕਿ ਬਹੁਤ ਸਾਰੇ ਕੰਮ ਹੋ ਰਹੇ ਹੁੰਦੇ ਆ ਨਾ, ਠੀਕ ਹੈ। ਤਾਂ ਇਹਦੇ ਵਿੱਚ ਡੇਟਾ ਨੂੰ ਸਟੋਰ ਨਹੀਂ ਕਰੇਗਾ, ਪ੍ਰੋਸੈਸ ਨਹੀਂ ਕਰੇਗਾ, ਕੰਟਰੋਲ ਨਹੀਂ ਕਰੇਗਾ ਇਨਪੁਟ ਆਊਟਪੁੱਟ ਨੂੰ। आगे देखो, which type of port is commonly used to connect a modern keyboard, ठीक है, modern keyboard। ਤਾਂ ਬਈ USB पोर्ट ਵਰਤਿਆ ਜਾਂਦਾ ਹੈ, ठीक है। USB पोर्ट ਜਿਹੜੇ ਅੱਜ ਤੁਸੀਂ यूज कर रहे हो, ठीक है, ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਆ, यूनिवर्सल सीरियल बस, फुल फॉर्म है भाई, कई बार पेपर च आ जाती है। ਹੁਣ ਜਿਹੜੇ ਇਹ सीरियल पोर्ट है, ठीक है, ਇਹ ਸੀਰੀਅਲ ਪੋਰਟ ਪੁਰਾਣੇ ਟਾਈਮ ਦੇ ਵਿੱਚ ਮੋਡਮ ਤੇ ਮਾਊਸ ਦੇ ਵਿੱਚ ਯੂਜ਼ ਹੁੰਦੇ ਸੀ, ਪੁਰਾਣੇ ਟਾਈਮ ਦੇ ਵਿੱਚ, ਠੀਕ ਹੈ। ਪੁਰਾਣੇ ਟਾਈਮ ਦੇ ਵਿੱਚ ਕੀ ਹੈ, ਪੁਰਾਣੇ ਟਾਈਮ ਦੇ ਵਿੱਚ ਜਿਹੜਾ ਮਾਊਸ ਸੀ ਤੇ ਜਿਹੜਾ ਮੋਡਮ ਸੀ ਉਹਦੇ ਵਿੱਚ ਯੂਜ਼ ਕੀਤੇ ਜਾਂਦੇ ਸੀ, ਮਾਊਸ ਤੇ ਮੋਡਮ ਦੇ ਵਿੱਚ। ਅੱਗੇ ਜੇ ਗੱਲ ਕਰੀਏ ਪੈਰਲਲ ਪੋਰਟਸ, ਤਾਂ ਬਈ ਜਿਹੜੇ ਪੈਰਲਲ ਪੋਰਟਸ ਹੈ ਮੇਨਲੀ ਕਿਹਦੇ ਵਿੱਚ ਯੂਜ਼ ਹੁੰਦੇ ਆ, ਪ੍ਰਿੰਟਰ ਦੇ ਵਿੱਚ ਯੂਜ਼ ਹੁੰਦੇ ਆ, ਕਿਹਦੇ ਵਿੱਚ ਯੂਜ਼ ਹੁੰਦੇ ਆ, ਪ੍ਰਿੰਟਰ ਦੇ ਵਿੱਚ ਯੂਜ਼ ਹੁੰਦੇ ਆ। ਐਂਡ ਜਿਹੜੇ PS2 पोर्ट ਜਿਹੜੇ है, ठीक है, ਇਹ ਪੁਰਾਣੇ ਸਮੇਂ ਵਿੱਚ ਜਿਹੜੇ ਮਾਊਸ ਹੋ ਗਏ, ठीक है, ਤੇ ਜਿਹੜੇ ਕੀਬੋਰਡ ਹੋ ਗਏ ਉਹਨਾਂ 'ਚ ਯੂਜ਼ ਕੀਤੇ ਜਾਂਦੇ ਸੀ, ठीक है। ਜਿਹੜੇ ਮਤਲਬ ਰਾਉਂਡ ਐਵੇਂ ਗੋਲ ਜਿਹੇ ਹੁੰਦੇ ਸੀ ਨਾ, ਬਹੁਤ ਐਵੇਂ ਲੱਗੇ ਹੁੰਦੇ ਸੀ ਇਹਦੇ ਵਿੱਚ, ਕਨੈਕਟਰ ਲੱਗੇ ਹੁੰਦੇ ਸੀ, ਉਹਨੂੰ PS2 पोर्ट ਕਹਿੰਦੇ ਆਪਾਂ। what is the purpose of expansion slots। expansion slot ਕੀ ਕਰਦੇ ਆ ਬਈ, expansion slot ਕਰ ਕੀ ਹੈ ਵੀ ਆਪਾਂ ਹੋਰ ਕੋਈ ਡਿਵਾਈਸ ਉਹਦੇ ਨਾਲ ਐਡ ਕਰ ਸਕੀਏ, ਕਨੈਕਟ ਐਡੀਸ਼ਨਲ ਹਾਰਡਵੇਅਰ, ਠੀਕ ਹੈ, ਬਾਕੀ ਡਿਵਾਈਸਸ ਵੀ ਐਡ ਕਰ ਸਕੀਏ। ਮੈਮਰੀ ਐਡ ਕਰਨ ਲਈ ਨਹੀਂ ਕੀਤਾ, ਯੂਜ਼ ਨਹੀਂ ਕੀਤਾ ਜਾਂਦਾ, ਠੀਕ ਹੈ। ਐਂਡ ਐਡ ਪਾਵਰ ਕਰਨ ਲਈ, ਸਟੋਰ ਕਰਨ ਲਈ ਨਹੀਂ ਯੂਜ਼ ਕੀਤਾ ਜਾਂਦਾ। ਅੱਗੇ ਜੇ ਆਪਾਂ ਦੇਖੀਏ, what is the expansion slot commonly in modern computers, ਠੀਕ ਹੈ। ਜੇ ਕਹਿੰਦਾ ਜਿਹੜੇ ਮਾਡਰਨ ਕੰਪਿਊਟਰ ਹੈ ਉਹਦੇ ਵਿੱਚ ਜਿਹੜੇ ਮੋਸਟ ਕਾਮਨ ਸਲੋਟ ਜਿਹੜੇ ਹੈਗੇ ਮਾਡਰਨ ਕੰਪਿਊਟਰ ਵਿੱਚ ਕਿਹੜੇ ਕਿਹੜੇ ਹੈ, ਤਾਂ ਬਈ ਇਹਦੇ ਵਿੱਚ ਕਿਹੜੇ ਕਿਹੜੇ ਆਪਣੇ ਕੋਲ
एस पी सी आई ਜਿਹੜੇ ਐਕਸਪ੍ਰੈਸ ਹੈ ਠੀਕ ਹੈ ਸਭ ਤੋਂ ਜ਼ਿਆਦਾ ਯੂਜ਼ ਹੋਣ ਵਾਲੀ ਕੀ ਹੈ ਪੋਰਟ ਹੈ ਤਾਂ ਐਕਸਪੈਂਸ਼ਨ ਸਲੋਟ ਹੈ ਇਹਦੇ ਵਿੱਚ ਕੀ ਆਪਾਂ ਗ੍ਰਾਫਿਕ ਕਾਰਡ ਠੀਕ ਹੈ ਗ੍ਰਾਫਿਕ ਕਾਰਡ ਜਿਹੜੇ ਹੈ ਗ੍ਰਾਫਿਕਸ ਕਾਰਡ ਜਿਹੜੇ SSD ਹੈ ਨੈਟਵਰਕ ਕਾਰਡ ਜਿਹੜੇ ਹੈ ਉਹ ਯੂਜ਼ ਕਰ ਸਕਦੇ ਹਾਂ ਠੀਕ ਹੈ सॉरी PCI आएगा ठीक है गलत करता हुआ PCI ਦੇ ਵਿੱਚ ਯੂਜ਼ ਕਰ ਸਕਦੇ ਆ ਠੀਕ ਹੈ PC ਜਿਹੜਾ I ਹੈ ਉਹ ਕੀ ਹੈ ਪੈਰੀਫेरल ਕੰਪੋਨੈਂਟ ਇੰਟਰਕਨੈਕਟ ਹੈ ਠੀਕ ਹੈ ਤਾਂ ਪਹਿਲਾ ਮਤਲਬ ਯੂਜ਼ ਕੀਤਾ ਜਾਂਦਾ ਸੀ ਅੱਜ ਦੇ ਟਾਈਮ ਵਿੱਚ ਕੀ ਹੈ ਘੱਟ ਯੂਜ਼ ਕੀਤਾ ਜਾਂਦਾ ਹੈ ਠੀਕ ਹੈ ਇਹਦੀ ਫੁੱਲ ਫਾਰਮ ਲਿਖ ਲਿਓ PCI ਦੀ ਠੀਕ ਹੈ ਪੈਰੀਫेरल ਕੰਪੋਨੈਂਟ इंटरकनेक्ट पेरिफेरल कंपोनेंट इंटरकनेक्ट ਅੱਗੇ ਜੇ ਗੱਲ ਕਰੀਏ ਆਪਾਂ ISA ਦੀ ਤਾਂ ISA ਕੀ ਸੀ ਆਪਣੇ ਕੋਲ ਇੰਡਸਟਰੀ ਸਟੈਂਡਰਡ ਆਰਕੀਟੈਕਚਰ ਠੀਕ ਹੈ ਮਤਲਬ ਆਰਕੀਟੈਕਚਰ ਇਹ ਬਹੁਤ ਪੁਰਾਣੀ ਟੈਕਨੋਲੋਜੀ ਸੀ ਬਟ ਹੁਣ ਇਹ ਕੀ ਯੂਜ਼ ਨਹੀਂ ਹੁੰਦੀ ISA ਜਿਹੜੀ ਹੋਗੀ ठीक है तो ਇਹਦਾ ਆਨਸਰ ਕੀ ਹੋ ਜਾਏਗਾ ਆਪਸ਼ਨ ਡੀ ਹੋ ਜਾਏਗਾ ਇਹ ਵਾਲਾ ਵੀ ਨਹੀਂ ਹੋਏਗਾ ਠੀਕ ਹੈ ਡੀ ਹੋ ਜਾਏਗਾ ਦਾ ਆਨਸਰ आगे जो आप देखिए क्वेश्चन 13 वो इन्वेंटेड दी फर्स्ट मैकेनिकल कंप्यूटर डिफरेंस इंजन ठीक है तो डिफरेंस इंजन किने बनाया सी भाई बच्चे बच्चे ਨੂੰ पता भी चार्ल्स डेविस ने बनाया सी चार्ल्स डेविस ਨੂੰ ਕੀ ਕਿਹਾ ਜਾਂਦਾ ਹੈ ਫਾਦਰ ਆਫ ਕੰਪਿਊਟਰ ਫਾਦਰ ਆਫ ਕੰਪਿਊਟਰ ਕੰਪਿਊਟਰ ਦਾ ਇਹਨੂੰ ਕੀ ਕਿਹਾ ਜਾਂਦਾ ਹੈ ਪਿਤਾ ਕਿਹਾ ਜਾਂਦਾ ਹੈ ਠੀਕ ਹੈ ਤਾਂ ਇਸ ਬੰਦੇ ਨੇ ਹੀ ਜਿਹੜਾ ਸੀ डिफरेंस इंजन बनाया सी इस बंदे ने डिफरेंस इंजन बनाया ते एनालिटिकल इंजन दा डिजाइन भी इन्हें तैयार किया सी एनालिटिकल जेड़ा इंजन है ਉਹਦਾ डिजाइन भी की इसने तैयार किया सी जेड़ा एलन ट्यूरिंग है एलन ट्यूरिंग ठीक है ये भी नॉर्मल बंदा नहीं है ठीक है इसनों ਆਪਾਂ ਕੀ ਕਹਿੰਦੇ ਆ इसनों ਆਪਾਂ ਕਹਿੰਦੇ ਆ फादर ऑफ आर्टिफिशियल इंटैलीजेंसी मतलब AI ਦਾ ਫਾਦਰ ਕਹਿੰਦੇ ਆ ਇਹਨੂੰ ਸਿੰਪਲ ਜੀ ਗੱਲ ਹੈ ਜੇ ਠੀਕ ਹੈ ਇਹਨੇ ਟਿਊਰਿੰਗ ਮਸ਼ੀਨ ਦਾ ਸਿਧਾਂਤ ਦਿੱਤਾ ਸੀ ਐਲਨ ਟਿਊਰਿੰਗ ਨੇ ਠੀਕ ਹੈ ਟਿਊਰਿੰਗ ਮਸ਼ੀਨ ਦਾ ਇਹਨੇ ਸਿਧਾਂਤ ਦਿੱਤਾ ਸੀ ਇਸ ਬੰਦੇ ਨੇ ਅੱਗੇ ਜੇ ਗੱਲ ਕਰੀਏ ਆਪਾਂ ਜੌਨ ਮੈਕਲੀ ਦੀ ਜੌਨ ਮੈਕਲੀ ਜਿਹੜਾ ਕੀ ਹੈ ਜੌਨ ਮੈਕਲੀ ਜਿਹੜਾ ਐਨਿਕ ਕੰਪਿਊਟਰ ਸੀ ਠੀਕ ਹੈ ਉਹਦਾ ਕੀ ਸੀ ਇਹ ਆਵਿਸ਼ਕਾਰਕ ਸੀ ਠੀਕ ਹੈ ਆਵਿਸ਼ਕਾਰਕ ਸੀ ਬਿਲ ਗੇਟਸ ਦੱਸੋ ਬਿਲ ਗੇਟਸ ਬਾਰੇ ਤੁਸੀਂ ਕਹੋਗੇ ਸਰ ਬਿਲ ਗੇਟਸ ਤਾਂ ਉਹ ਬੰਦਾ ਹੈ ਜਿਹਨੇ ਕੀ ਹੈ ਮਾਈਕਰੋਸਾਫਟ ਬਣਾਇਆ ਹੈ ਜਿਹਨੇ ਕੀ ਬਣਾਇਆ ਮਾਈਕਰੋਸਾਫਟ ਬਣਾਇਆ ਠੀਕ ਹੈ ਤੇ ਆਪਰੇਟਿੰਗ ਸਿਸਟਮ ਜਿਹੜਾ ਹੈ ਆਪਰੇਟਿੰਗ ਸਿਸਟਮ ਆਪਣੇ ਕੋਲ ਵਿੰਡੋ ਠੀਕ ਹੈ ਇਹਦੇ ਵੀ ਜੇ ਡਿਵੈਲਪਮੈਂਟ ਦੇ ਵਿੱਚ ਇਹਦਾ ਕਾਫੀ ਯੋਗਦਾਨ ਹੈ ਇਹ ਸਭ ਕੁਝ ਐਕਸਟਰਾ ਫੈਕਟਸ ਸੀ ਜਿਹੜੇ ਤੁਸੀਂ ਯਾਦ ਰੱਖ ਸਕਦੇ ਹੋ ਵੈਸੇ ਜੇ ਗੱਲ ਕਰੀਏ ਨਾ ਇਹਦਾ ਰਾਈਟ ਆਨਸਰ ਤਾਂ ਰਾਈਟ ਆਨਸਰ ਕੀ ਹੋ ਜਾਏਗਾ ਆਪਸ਼ਨ ਏ ਇਹਦਾ ਰਾਈਟ ਆਨਸਰ ਹੋ ਜਾਏਗਾ ਠੀਕ ਹੈ ਤਾਂ ਇਹ ਆਪਣੇ ਕੋਲ ਸੈਕੰਡ ਲੈਵਲ ਦੇ ਕੁਝ ਕੁਐਸਚਨ ਸੀ